ਹੈਲੋ ਸਟੂਡੈਂਟ, ਅੱਜ ਆਪਾਂ ਕਰਤਾਰ ਸਿੰਘ ਸਰਾਭਾ ਬਾਰੇ ਪੜ੍ਹਾਂਗੇ ਜੋ ਕਿ ਡਾਕਟਰ ਹਰਬੰਸ ਸਿੰਘ ਚਾਵਲਾ ਬਾਰੇ ਲਿਖਿਆ ਗਿਆ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਨਾਂ ਦੇ ਲੇਖਕ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਇਹਨਾਂ ਦੇ ਲੇਖਕ ਕੌਣ ਸਨ, ਉਹਨਾਂ ਦਾ ਜਨਮ ਕਦੋਂ ਹੋਇਆ, ਕਿਹੜੇ ਪਿੰਡ ਵਿੱਚ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਕੌਣ ਸਨ ਅਤੇ ਉਹਨਾਂ ਨੇ ਕਿਹੜੀਆਂ ਰਚਨਾਵਾਂ ਲਿਖੀਆਂ। ਡਾਕਟਰ ਹਰਬੰਸ ਸਿੰਘ ਚਾਵਲਾ ਜੀ ਸਿੱਖ ਇਤਿਹਾਸ ਅਤੇ ਬਾਲ ਸਾਹਿਤ ਲਿਖਣ ਦੋਹਾਂ ਖੇਤਰਾਂ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਆਪ ਜੀ ਦਾ ਜਿਹੜਾ ਜਨਮ ਹੈ 15 ਅਪ੍ਰੈਲ 1937 ਈਸਵੀ ਨੂੰ ਪਿੰਡ ਮੁਹਾਵਾ, ਮੰਡੀ ਬਾਹਉਦੀਨ, ਜ਼ਿਲ੍ਹਾ ਗੁਜਰਾਤ, ਤਹਿਸੀਲ ਫਾਲੀਆ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਉਹਦੇ ਵਿੱਚ ਹੋਇਆ। ਮਾਤਾ ਦਾ ਨਾਮ ਮਾਇਆ ਦੇਵੀ ਅਤੇ ਪਿਤਾ ਦਾ ਨਾਮ ਮੂਲਾ ਸਿੰਘ ਸੀ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਤੋਂ ਬਤੌਰ ਇਤਿਹਾਸ ਦੇ ਪ੍ਰੋਫੈਸਰ ਸੇਵਾ ਮੁਕਤ ਹੋਏ। ਮਤਲਬ ਆਪ ਕਿਹਦੇ ਪ੍ਰੋਫੈਸਰ ਰਹੇ? ਇਤਿਹਾਸ ਦੇ। ਉਹਨਾਂ ਵੱਲੋਂ ਦਰਜਨ ਤੋਂ ਵੱਧ ਪੁਸਤਕਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ। ਮਤਲਬ ਜ਼ਿਆਦਾਤਰ ਜਿਹੜੀਆਂ ਪੁਸਤਕਾਂ ਨੇ ਇਹਨਾਂ ਨੇ ਸਿੱਖ ਇਤਿਹਾਸ ਬਾਰੇ ਲਿਖੀਆਂ ਹਨ। ਇਹਨਾਂ ਤੋਂ ਬਿਨਾਂ ਇਹਨਾਂ ਨੇ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਵੀ ਲਿਖੇ ਹਨ। ਇਹਨਾਂ ਜੀਵਨੀਆਂ ਵਿੱਚੋਂ ਇੱਕ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦਾ ਵਰਣਨ ਇਸ ਪਾਠ ਵਿੱਚ ਕੀਤਾ ਗਿਆ ਹੈ ਕਿ ਕਰਤਾਰ ਸਿੰਘ ਸਰਾਭਾ ਜੋ ਕਿ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਹਥਿਆਰਬੰਦੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੁਪਨਾ ਵੇਖਿਆ ਸੀ। ਇਸ ਜੀਵਨੀ ਵਿੱਚ ਲੇਖਕ ਨੇ ਸਰਾਭੇ ਦੀ ਛੋਟੀ ਉਮਰੇ ਹੀ ਕੀਤੀ ਬਹਾਦਰੀ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਹੈ। ਉਹ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਨੌਜਵਾਨਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਕ੍ਰਾਂਤੀਕਾਰੀ ਸੀ। ਗਦਰ ਲਹਿਰ ਦਾ ਮੋਢੀ ਬਾਬਾ ਸੋਹਣ ਸਿੰਘ ਭਕਨਾ ਉਸ ਨੂੰ ਬਾਬਾ ਜਰਨੈਲ ਕਹਿੰਦਾ ਸੀ। ਸਰਦਾਰ ਭਗਤ ਸਿੰਘ ਸਰਾਭੇ ਨੂੰ ਆਪਣੀ ਪ੍ਰੇਰਨਾ ਸਰੋਤ, ਗੁਰੂ ਮਿੱਤਰ ਅਤੇ ਭਰਾ ਮੰਨਦਾ ਸੀ। ਉਹ ਹਮੇਸ਼ਾ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਕੋਲ ਰੱਖਦਾ ਸੀ। ਜਦੋਂ ਸਰਦਾਰ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਰਤਾਰ ਸਿੰਘ ਦੀ ਤਸਵੀਰ ਉਸ ਦੀ ਜੇਬ ਵਿੱਚ ਸੀ। ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ 24 ਮਈ 1896 ਈਸਵੀ ਵਿੱਚ ਹੋਇਆ। ਉਸ ਦੇ ਪਿਤਾ ਰੱਜੇ ਪੁੱਜੇ ਕਿਸਾਨ ਸਨ। ਛੋਟੀ ਹੀ ਉਮਰ ਵਿੱਚ ਉਸ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਉਸ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਬਚਨ ਸਿੰਘ ਨੇ ਕੀਤਾ ਸੀ। ਉਹ ਸਰਾਭੇ ਨੂੰ ਵੱਡਾ ਹੋ ਕੇ ਕੋਈ ਵੱਡਾ ਸਰਕਾਰੀ ਅਫਸਰ ਬਣਿਆ ਦੇਖਣਾ ਚਾਹੁੰਦੇ ਸਨ। ਉਹਨਾਂ ਦਾ ਬਚਪਨ ਬੜੇ ਲਾਡ ਪਿਆਰ ਨਾਲ ਬੀਤਿਆ। ਮੁੱਢਲੀ ਵਿੱਦਿਆ ਜਿਹੜੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ ਅਤੇ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਮਿਡਲ ਪਾਸ ਕੀਤੀ। ਫਿਰ ਉਹ ਮਿਸ਼ਨ ਹਾਈ ਸਕੂਲ ਵਿੱਚ ਦਾਖਲ ਹੋ ਗਏ, ਪਰ ਇੱਥੇ ਪੜ੍ਹਾਈ ਵਿੱਚ ਦਿਲ ਨਾ ਲੱਗਣ ਕਰਕੇ 9ਵੀਂ ਜਮਾਤ ਦੀ ਪੜ੍ਹਾਈ ਵਿੱਚੇ ਛੱਡ ਕੇ ਹੀ ਆਪ ਚਾਚਾ ਜੀ ਕੋਲ ਉੜੀਸਾ ਆ ਗਏ, ਜਿੱਥੇ ਹੀ ਉਸਨੇ 10ਵੀਂ ਪਾਸ ਕੀਤੀ ਸੀ। ਉਨੀ ਦਿਨੀ ਬੰਗਾਲ ਅਤੇ ਉੜੀਸਾ ਵਿੱਚ ਆਜ਼ਾਦੀ ਸੰਬੰਧੀ ਜਾਗਰਤੀ ਪੈਦਾ ਹੋਈ ਸੀ, ਜਿਸ ਦੇ ਪ੍ਰਭਾਵ ਤੋਂ ਉਹ ਅਛੂਤਾ ਨਾ ਰਿਹਾ। ਉਸ ਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਅੰਗਰੇਜ਼ੀ ਸਾਮਰਾਜ ਕਿਵੇਂ ਭਾਰਤੀਆਂ ਦਾ ਲਹੂ ਚੂਸ ਰਿਹਾ ਹੈ। ਇੱਥੇ ਉਸ ਨੂੰ ਅਗਾਂਹ-ਵਧੂ ਸਾਹਿਤ, ਇਤਿਹਾਸ ਅਤੇ ਰਾਜਨੀਤੀ ਨਾਲ ਸੰਬੰਧਿਤ ਕਈ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਹੁਣ ਅੱਗੇ ਦੱਸਿਆ ਗਿਆ ਹੈ ਕਿ ਜਿਹੜੀ ਇਹਨਾਂ ਦੀ ਉੱਚ ਵਿੱਦਿਆ ਹੈ ਉਹ ਕਿੱਥੇ ਹੋਈ। ਉੱਚ ਵਿੱਦਿਆ 1912 ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਕਰਤਾਰ ਸਿੰਘ ਸਰਾਭਾ ਜੀ ਅਮਰੀਕਾ ਚਲੇ ਗਏ। ਉਹਨਾਂ ਦੀ ਉਮਰ ਉਦੋਂ ਕਿੰਨੀ ਕੁ ਸੀ? 15 ਸਾਲ ਦੀ। ਜਦੋਂ ਉਸ ਦਾ ਜਹਾਜ਼ ਅਮਰੀਕਾ ਦੀ ਬੰਦਰਗਾਹ 'ਤੇ ਪਹੁੰਚਿਆ ਤਾਂ ਹਿੰਦੀਆਂ ਨੇ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਾ ਦਿੱਤੀ। ਇਹਨਾਂ ਭਾਰਤੀ ਮੁਸਾਫਰਾਂ ਵਿੱਚੋਂ ਕਰਤਾਰ ਸਿੰਘ ਸਰਾਭਾ ਵੀ ਸੀ। ਜਹਾਜ਼ ਵਿੱਚੋਂ ਉਤਰਦਿਆਂ ਉਹਨਾਂ ਦਾ ਸਾਹਮਣਾ ਇੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀ ਨਾਲ ਹੋਇਆ। ਉਸ ਦੇ ਸਵਾਲਾਂ ਦੇ ਜਵਾਬ ਸਰਾਭਾ ਨੇ ਬੜੀ ਖੂਬੀ ਨਾਲ ਦਿੱਤੇ, ਜਿਨ੍ਹਾਂ ਨੂੰ ਸੁਣ ਕੇ ਇਮੀਗ੍ਰੇਸ਼ਨ ਅਧਿਕਾਰੀ ਦੇ ਖੁਸ਼ ਹੋ ਕੇ ਸਰਾਭਾ ਨੂੰ ਸਾਨ ਫਰਾਂਸਿਸਕੋ ਉਤਰਨ ਦੀ ਆਗਿਆ ਦੇ ਦਿੱਤੀ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਕ੍ਰਾਂਤੀਕਾਰੀ ਸੋਚ ਰੱਖਣ ਵਾਲਿਆਂ ਨੂੰ ਦੀ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਸੰਸਥਾ ਗਠਿਤ ਕੀਤੀ। ਇਸ ਸੰਸਥਾ ਦਾ ਕੋਈ ਵੀ ਅਹੁਦਾ ਉਸ ਦੀ ਛੋਟੀ ਉਮਰ ਕਰਕੇ ਉਸ ਨੂੰ ਨਾ ਦਿੱਤਾ ਗਿਆ, ਪਰ 1913 ਵਿੱਚ ਜਦੋਂ ਗਦਰ ਪਰਚੇ ਦਾ ਪ੍ਰਕਾਸ਼ਨ ਹੋਇਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸਰਾਭੇ ਨੂੰ ਸੌਂਪੀ ਗਈ। ਇਸ ਪਰਚੇ ਦੇ ਨਾਂ 'ਤੇ ਹੀ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦਾ ਨਾਂ ਗਦਰ ਲਹਿਰ ਮਸ਼ਹੂਰ ਹੋ ਗਿਆ।
ਉਹ ਗਦਰ ਲਹਿਰ ਲਈ ਬੜੀ ਜੋਸ਼ੀਲੀਆਂ ਕਵਿਤਾਵਾਂ ਲਿਖਿਆ ਕਰਦਾ ਸੀ। ਜਦੋਂ ਉਹ ਪਰਚੇ ਦੀਆਂ ਕਾਪੀਆਂ ਘਰੀ ਵੰਡਣ ਜਾਂਦਾ ਤਾਂ ਉਸਦੇ ਬੁੱਲ੍ਹਾਂ 'ਤੇ ਅਕਸਰ ਇਹ ਪੰਕਤੀਆਂ ਹੋਇਆ ਕਰਦੀਆਂ ਸਨ। ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। 18 ਸਾਲ ਦੀ ਉਮਰ ਵਿੱਚ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਆਪਣੇ ਮਿਸ਼ਨ ਵਿੱਚ ਲੱਗ ਗਿਆ। ਉਹ ਗਦਰ ਲਹਿਰ ਦੀ ਅਗਵਾਈ ਕਰ ਰਿਹਾ ਸੀ। ਉਹ ਫੌਜੀ ਛਾਉਣੀਆਂ ਉੱਤੇ ਹਮਲਾ ਕਰਕੇ ਹਥਿਆਰ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਕੰਮ ਲਈ ਉਸਨੇ ਪਾਰਟੀ ਦੇ ਜ਼ਿੰਮੇਵਾਰ ਮੈਂਬਰਾਂ ਨੂੰ ਅਲੱਗ-ਅਲੱਗ ਛਾਉਣੀਆਂ ਦਾ ਜਾਇਜ਼ਾ ਲੈਣ ਲਈ ਨਿਯੁਕਤ ਕੀਤਾ ਗਿਆ। ਇਹਨਾਂ ਸਭਨਾਂ ਵਿੱਚ ਤਾਲਮੇਲ ਬਣਾਈ ਰੱਖਣ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਨੇ ਖੁਦ ਸੰਭਾਲੀ। ਹੁਣ ਇਹਦੇ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਕਿਸ ਤਰ੍ਹਾਂ ਹੋਈ। ਗਦਰ ਲਹਿਰ ਸ਼ੁਰੂ ਕਰਨ ਲਈ 21 ਫਰਵਰੀ 1915 ਦਿਨ ਮਿਥਿਆ ਗਿਆ। ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ। ਗਦਰ ਨੇ ਮੁੱਖ ਨੇਤਾਵਾਂ ਨੇ 20 ਫਰਵਰੀ 1915 ਨੂੰ ਲਪੋਕੋ ਦੇ ਪੁਲਿਸ ਸਟੇਸ਼ਨ ਉੱਤੇ ਹਮਲਾ ਕਰਕੇ 21 ਫਰਵਰੀ 1915 ਨੂੰ ਲਾਹੌਰ ਪਹੁੰਚਣਾ ਸੀ। ਪਰ ਇਸ ਤੋਂ ਪਹਿਲਾਂ ਕਿ ਗਦਰ ਦੀਆਂ ਯੋਜਨਾਵਾਂ ਅਮਲੀ ਜਾਮਾ ਪਹਿਨਦੀਆਂ, ਗਦਰ ਪਾਰਟੀ ਦੇ ਮੈਂਬਰਾਂ ਨੂੰ ਇਸ ਦੀ ਭਿਣਕ ਪੈ ਗਈ। ਨਿਸ਼ਚਿਤ ਤਰੀਕ ਦਾ ਸਰਕਾਰ ਨੂੰ ਪਤਾ ਲੱਗ ਚੁੱਕਾ ਸੀ। ਉਹਨਾਂ ਨੇ 21 ਫਰਵਰੀ 1915 ਦੀ ਈਸਵੀ ਦੀ ਥਾਂ 19 ਫਰਵਰੀ ਨੂੰ ਗਦਰ ਕਰਨ ਦੇ ਆਦੇਸ਼ ਵਰਕਰਾਂ ਨੂੰ ਭੇਜ ਦਿੱਤੇ। ਇਹ ਸੂਚਨਾ ਵੀ ਕਿਰਪਾਲ ਸਿੰਘ ਨੇ ਅੰਗਰੇਜ਼ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ। ਸਰਕਾਰ ਨੇ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। 2 ਮਾਰਚ 1915 ਈਸਵੀ ਨੂੰ ਕਰਤਾਰ ਸਿੰਘ ਤੇ 23 ਮਾਰਚ 1915 ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਫਾਂਸੀ ਦੀ ਸਜ਼ਾ ਕਿਸ ਤਰ੍ਹਾਂ ਹੋਈ। ਕਰਤਾਰ ਸਿੰਘ ਸਰਾਭਾ ਦੀ ਗ੍ਰਿਫਤਾਰੀ ਪਿੱਛੋਂ ਅੰਗਰੇਜ਼ੀ ਰਾਜ ਦਾ ਤਖਤਾ ਪਲਟਣ ਦੀ ਕੋਸ਼ਿਸ਼ ਵਰਗੇ ਸੰਗੀਨ ਇਲਜ਼ਾਮ ਲਗਾ ਕੇ ਉਸ 'ਤੇ ਮੁਕੱਦਮਾ ਚਲਾਇਆ ਗਿਆ। ਪਰ ਉਸ ਨੇ ਨਾ ਤਾਂ ਖੁਦ ਹੀ ਕੋਈ ਸਫਾਈ ਪੇਸ਼ ਕੀਤੀ, ਨਾ ਹੀ ਅਦਾਲਤ ਵੱਲੋਂ ਨਿਯਤ ਕੀਤੇ ਗਏ ਵਕੀਲ ਨੂੰ ਕੁਝ ਕਹਿਣ ਦਿੱਤਾ। ਅੰਗਰੇਜ਼ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟ੍ਰਿਬਿਊਨਲ ਦੇ ਉਸ 'ਤੇ ਮੌਤ ਦੀ ਸਜ਼ਾ ਸੁਣਾਈ ਤੇ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਠੀਕ ਹੈ ਬੱਚੇ, ਇਹ ਸੀਗਾ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ। ਅੱਗੋਂ ਆ ਗਿਆ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਫਸਟ ਹੈ ਕੁਐਸਚਨ, ਕਰਤਾਰ ਸਿੰਘ ਸਰਾਭਾ ਦੇ ਮੁੱਢਲੇ ਜੀਵਨ 'ਤੇ ਰੋਸ਼ਨੀ ਪਾਓ। ਮੁੱਢਲੇ ਮਤਲਬ ਸਭ ਤੋਂ ਪਹਿਲੇ, ਕਿ ਜਿਹੜਾ ਉਹਨਾਂ ਦਾ ਜਨਮ ਹੈ 24 ਮਈ 1896 ਨੂੰ ਹੋਇਆ। ਉਹਨਾਂ ਦਾ ਜਿਹੜਾ ਬਚਪਨ ਹੈ ਬੜੇ ਲਾਡ ਪਿਆਰ ਨਾਲ ਗੁਜ਼ਰਿਆ। 5 ਸਾਲ ਦੀ ਉਮਰ ਵਿੱਚ ਉਸਨੂੰ ਸਰਾਭੇ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਇਸ ਪਿੱਛੋਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਮਿਡਲ ਪਾਸ ਕੀਤੀ। ਫਿਰ ਕੀ ਕੀਤਾ, ਮਿਸ਼ਨ ਹਾਈ ਸਕੂਲ ਵਿੱਚ ਦਾਖਲ ਹੋ ਗਿਆ। ਪਰ ਇੱਥੇ ਪੜ੍ਹਾਈ 'ਚ ਦਿਲ ਨਾ ਲੱਗਣ ਕਰਕੇ 9ਵੀਂ ਜਮਾਤ ਵਿੱਚ ਹੀ ਪੜ੍ਹਾਈ ਤੋਂ ਛੱਡ ਕੇ ਆਪਣੇ ਚਾਚਾ ਜੀ ਕੋਲ ਉੜੀਸਾ ਚਲੇ ਗਏ, ਜਿੱਥੇ ਉਹਨਾਂ ਨੇ 10ਵੀਂ ਪਾਸ ਕੀਤੀ। ਇਹ ਸੀ ਉਹਨਾਂ ਦੇ ਮੁੱਢਲੇ ਜੀਵਨ ਦਾ। ਨੈਕਸਟ ਕੁਐਸਚਨ ਹੈ ਕਿ ਕਰਤਾਰ ਸਿੰਘ ਸਰਾਭਾ ਉੱਚ ਵਿੱਦਿਆ ਹਾਸਲ ਕਰਨ ਲਈ ਕਿਹੜੇ ਦੇਸ਼ ਗਏ। ਕਿਹੜੇ ਦੇਸ਼ ਗਏ? ਅਮਰੀਕਾ। ਭਗਤ ਸਿੰਘ ਦੀ ਜੇਬ ਵਿੱਚ ਕਿਸ ਦੀ ਤਸਵੀਰ ਰਹਿੰਦੀ ਸੀ ਤੇ ਕਿਉਂ? ਭਗਤ ਸਿੰਘ ਦੀ ਜੇਬ ਵਿੱਚ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਹਮੇਸ਼ਾ ਰਹਿੰਦੀ ਸੀ, ਕਿਉਂਕਿ ਉਹ ਸਰਾਭਾ ਨੂੰ ਆਪਣਾ ਪ੍ਰੇਰਨਾ ਸਰੋਤ, ਗੁਰੂ, ਮਿੱਤਰ ਤੇ ਭਰਾ ਮੰਨਦਾ ਸੀ। ਨੈਕਸਟ ਹੈ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇਣ ਲਈ ਕੀ ਇਲਜ਼ਾਮ ਲਾਇਆ ਗਿਆ। ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇਣ ਲਈ ਉਹਨਾਂ ਉੱਪਰ ਇੰਗਲੈਂਡ ਦੇ ਬਾਦਸ਼ਾਹ ਵਿਰੁੱਧ ਯੁੱਧ ਛੇੜਨ, ਅੰਗਰੇਜ਼ੀ ਰਾਜ ਦਾ ਤਖਤਾ ਪਲਟਣ ਦੀ ਕੋਸ਼ਿਸ਼ ਵਰਗੇ ਸੰਗੀਨ ਇਲਜ਼ਾਮ ਲਗਾਏ ਗਏ। ਗਦਰ ਦੀ ਅਸਫਲਤਾ ਲਈ ਕੌਣ ਜ਼ਿੰਮੇਵਾਰ ਸੀ? ਗਦਰ ਦੀ ਅਸਫਲਤਾ ਲਈ ਕਿਰਪਾਲ ਸਿੰਘ ਜ਼ਿੰਮੇਵਾਰ ਸੀ। ਗਦਰ ਕਰਨ ਲਈ ਕਿਸ ਕ੍ਰਾਂਤੀਕਾਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ? ਗਦਰ ਕਰਨ ਲਈ ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਜ਼ਿੰਮੇਵਾਰੀ ਸੌਂਪੀ ਗਈ। ਨੈਕਸਟ ਆ ਗਿਆ ਬੱਚੇ ਖਾਲੀ ਥਾਂ। ਸਰਾਭੇ ਨੂੰ ਡੈਸ਼ ਉਤਰਨ ਦੀ ਆਗਿਆ ਦਿੱਤੀ ਗਈ। ਸਨ ਫਰਾਂਸਿਸਕੋ। ਸਰਾਭੇ ਵਿੱਚ ਡੈਸ਼ ਦੀ ਚੇਤਨਾ ਉੜੀਸਾ ਵਿੱਚ ਪੈਦਾ ਹੋ ਗਈ। ਆਜ਼ਾਦੀ। ਅੰਗਰੇਜ਼ ਸਰਕਾਰ ਨੇ ਸਰਾਭੇ ਨੂੰ ਸਭ ਤੋਂ ਵੱਧ ਖਤਰਨਾਕ ਇਨਕਲਾਬੀ ਕਰਾਰ ਦਿੱਤਾ। ਡੈਸ਼ ਪੁਲਿਸ ਸਟੇਸ਼ਨ ਉੱਪਰ ਹਮਲਾ ਕਰਨ ਦੀ ਯੋਜਨਾ ਬਣਾਈ ਗਈ। ਲਪੋਕੋ। ਕਿਰਪਾਲ ਸਿੰਘ ਨੇ ਗਦਰ ਦੀ ਡੈਸ਼ ਅੰਗਰੇਜ਼ਾਂ ਨੂੰ ਦਿੱਤੀ ਸੂਚਨਾ। ਅੱਗੇ ਆਗਾ ਸ਼ੁੱਧ ਕਰਕੇ। ਮੋਢੀਆਂ ਡੱਡੇ ਦੀ ਜਗ੍ਹਾ ਢੱਡਾ। ਸਰਾਭਾ ਰਾਰੇ ਪੈ ਚ ਹਾਹਾ ਨਹੀਂ ਆਣਾ, ਬੱਬੇ ਦੀ ਜਗ੍ਹਾ ਪੱਬਾ। ਇਤਿਹਾਸ ਵਿੱਚ ਤੱਤੇ ਨੂੰ ਸਿਹਾਰੀ ਆਣੀ ਹੈ। ਯੂਨੀਵਰਸਿਟੀ ਵਿੱਚ ਜੱਜੇ ਦੀ ਜਗ੍ਹਾ ਤਾਂ ਯਈਆ। ਜੋਸ਼ੀਲਾ ਵਿੱਚ ਜੋਸ਼ੀਲਾ, ਜੱਜੇ ਨੂੰ ਹੋੜਾ। ਨੈਕਸਟ ਆ ਗਿਆ ਵਿਰੋਧੀ ਸ਼ਬਦ। ਦੇਸ਼ ਭਗਤ ਦਾ ਗੱਦਾਰ। ਗ੍ਰਿਫਤਾਰੀ, ਛੁਟਕਾਰਾ।
ਆਜ਼ਾਦੀ, ਗੁਲਾਮੀ, ਪੂਰਤੀ, ਅਪੂਰਤੀ। ਅੱਗੇ ਬੱਚੇ ਆ ਗਿਆ ਸਮਾਨਾਰਥਕ ਸ਼ਬਦ। ਹਮਲਾ, ਹੱਲਾ ਜਾਂ ਆਕਰਮਣ। ਮੁਕੰਮਲ, ਪੂਰਾ ਜਾਂ ਸੰਪੂਰਨ। ਗਦਰ, ਵਿਦਰੋਹ ਜਾਂ ਬਗਾਵਤ। ਸੰਗੀਨ, ਗੰਭੀਰ ਤੇ ਗੈਰ। ਅੱਗੇ ਆ ਗਿਆ ਵਾਕਾਂ ਵਿੱਚ ਲਕੀਰੇ ਗਏ ਨਾਵਾਂ ਨੂੰ ਪਛਾਣ। ਵਿਸ਼ਨੂੰ ਗਣੇਸ਼ ਪਿੰਗਲੇ ਜਾਂ ਮੇਰਠ, ਇਹ ਕੀ ਹੈ? ਖਾਸ ਨਾਂਵ। ਸਰਾਭੇ ਤੇ ਅੰਗਰੇਜ਼ ਸਰਕਾਰ, ਖਾਸ ਨਾਂਵ। ਕਿਰਪਾਲ ਸਿੰਘ ਸਰਾਭੇ ਤੇ ਪਿੰਗਲੇ, ਖਾਸ ਨਾਂਵ। ਨੈਕਸਟ ਫੋਰਥ ਵਿੱਚ ਭਗਤ ਸਿੰਘ ਸਰਾਭੇ, ਖਾਸ ਨਾਂਵ। ਫੋਟੋ ਤੇ ਜੇਬ ਹੈ ਵਸਤੂਵਾਚਕ ਨਾਂਵ। ਨੈਕਸਟ ਹੈ ਸਰਾਭਾ, ਖਾਸ ਨਾਂਵ। ਹੇਠ ਲਿਖੇ ਵਾਕਾਂ 'ਚ ਕਾਰਕ ਚੁਣ ਕੇ ਉਹਨਾਂ ਦੇ ਨਾਮ ਲਿਖੋ। ਫਸਟ ਵਿੱਚ ਸੰਪਰਦਾਨ ਕਾਰਕ। ਨੈਕਸਟ ਹੈ ਕਰਮ ਕਾਰਕ। ਥਰਡ ਵਿੱਚ ਅਪਾਦਾਨ ਕਾਰਕ। ਫੋਰਥ ਵਿੱਚ ਨੀਵਰਡ ਆ ਗਿਆ ਕਰਮ ਕਾਰਕ। ਲਾਸਟ ਵਾਲੇ 'ਚ ਆ ਗਿਆ ਸੰਬੰਧ ਕਾਰਕ। ਧੰਨਵਾਦ।